Hello students, welcome. In this video, we will discuss the measurement of length. So to measurement the length, we have the two methods. One is the direct method and other is the indirect method. So direct method we use in the lab such as meter rod, vernier clippers, screw gauge. These are the instruments we use in the lab. ਜਿਵੇਂ ਆਪਾਂ ਮੀਟਰ ਰੋਡ ਦੀ ਗੱਲ ਕਰਦੇ ਹਾਂ, ਮੀਟਰ ਰੋਡ ਕਿੱਥੇ ਯੂਜ਼ ਹੋਏਗੀ? ਸਪੋਜ਼ ਕਰੋ ਤੁਹਾਡੇ ਕੋਲ ਲੈਬ ਦੇ ਵਿੱਚ ਤੁਸੀਂ ਕਿਤੇ ਟੇਬਲ ਦੀ ਲੈਂਥ ਨੂੰ ਮੈਜ਼ਰ ਕਰਨਾ ਹੈ, ਸੋ ਆਪਾਂ ਮੀਟਰ ਰੋਡ ਦਾ ਯੂਜ਼ ਕਰਾਂਗੇ। ਵਰਨੀਅਰ ਕਲਿੱਪਰ, ਸਕਰੂ ਗੌਜ਼, ਇਹ ਜਿਹੜੇ ਡਿਵਾਈਸਿਸ ਨੇ, ਇੰਸਟਰੂਮੈਂਟਸ ਨੇ, ਅਸੀਂ ਇਹਨਾਂ ਦਾ ਯੂਜ਼ ਜਿਹੜਾ ਹੈਗਾ ਉਹ ਸਮਾਲਰ ਡਿਸਟੈਂਸਿਸ ਨੂੰ ਮੈਜ਼ਰ ਕਰਨ ਲਈ ਕਰਦੇ ਹਾਂ। ਜਿਵੇਂ ਆਪਾਂ ਆਹ ਸ਼ੀਟ ਹੈ ਤੁਹਾਡੇ ਕੋਲ, ਪੇਪਰ ਸ਼ੀਟ, ਇਹਦੀ ਆਪਾਂ ਥਿਕਨੈਸ ਨੂੰ ਪਤਾ ਕਰ ਸਕਦੇ ਹਾਂ। ਇਸੇ ਤਰ੍ਹਾਂ ਸਾਡੇ ਕੋਲ ਹੋਰ ਵੀ ਪ੍ਰੈਕਟੀਕਲ ਹੈਗੇ ਆ ਜਿੱਥੇ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਜਿਵੇਂ ਗਲਾਸ ਸਲੈਬ ਹੈ, ਉਹਦੀ ਆਪਾਂ ਥਿਕਨੈਸ ਪਤਾ ਕਰ ਸਕਦੇ ਹਾਂ। ਆ ਤੁਹਾਡੇ ਕੋਲ ਪੈਨ ਹੈ, ਪੈਨ ਦਾ ਡਾਇਮੀਟਰ ਪਤਾ ਕਰ ਸਕਦੇ ਹਾਂ। ਸੋ ਆਲ ਥੀਜ਼ ਆਰ ਪੋਸੀਬਲ ਵਿਦ ਦਾ ਵਰਨੀਅਰ ਕਲਿੱਪਰ ਐਂਡ ਸਕਰੂ ਗੌਜ਼। ਥੀਜ਼ ਆਰ ਦਾ ਡਾਇਰੈਕਟ ਮੈਥਡਸ। We are discussing here the indirect methods. Indirect methods ਕਿਹੜੀਆਂ ਨੇ ਤੇ ਇਹਨਾਂ ਨੂੰ ਆਪਾਂ ਕਿੱਥੇ ਯੂਜ਼ ਕਰਦੇ ਆ? ਇਹ ਜਿਹੜੀਆਂ ਮੈਥਡਸ ਨੇ ਇਹਨਾਂ ਦਾ ਯੂਜ਼ ਅਸੀਂ ਕਰਦੇ ਨੇ ਟੂ ਮੈਜ਼ਰ ਲਾਰਜਰ ਡਿਸਟੈਂਸਿਸ, to measure larger distances and very small distances. ਸੋ ਇੰਡਾਇਰੈਕਟ ਮੈਥਡ ਦੇ ਵਿੱਚ ਪਹਿਲਾਂ ਆਪਾਂ ਗੱਲ ਕਰਾਂਗੇ ਅਸੈਸਿਬਲ ਆਬਜੈਕਟ ਦੀ ਹਾਈਟ ਨੂੰ ਪਤਾ ਕਰਨਾ। ਅਸੈਸਿਬਲ ਆਬਜੈਕਟਸ, ਅਸੈਸਿਬਲ ਆਬਜੈਕਟ ਕਿਹੜੇ ਹੁੰਦੇ ਨੇ? ਜਿਨ੍ਹਾਂ ਤੱਕ ਆਪਾਂ ਡਾਇਰੈਕਟ ਜਿਹੜਾ ਹੈਗਾ ਉਹ ਪਹੁੰਚ ਸਕਦੇ ਆ, ਉਹਨਾਂ ਨੂੰ ਅਸੈਸਿਬਲ ਆਬਜੈਕਟ ਕਹਿੰਦੇ ਨੇ। ਜਿਵੇਂ ਸਪੋਜ਼ ਕਰੋ ਤੁਸੀਂ ਟਾਵਰ ਦੀ ਹਾਈਟ ਨੂੰ ਮੈਜ਼ਰ ਕਰਨਾ ਹੈ। ਮੈਜ਼ਰਮੈਂਟ ਆਫ ਹਾਈਟ ਆਫ ਟਾਵਰ। ਟਾਵਰ ਤੁਹਾਡੇ ਨੇੜੇ ਤੇੜੇ ਕਿਤੇ ਟਾਵਰ ਹੈਗਾ, ਤੁਸੀਂ ਉਹਦੀ ਹਾਈਟ ਨੂੰ ਮੈਜ਼ਰ ਕਰਨਾ ਹੈ, ਉਹ ਤੁਹਾਡੇ ਵਾਸਤੇ ਅਸੈਸਿਬਲ ਹੈ ਕਿਉਂਕਿ ਤੁਸੀਂ ਉਹਦੇ ਤੱਕ ਜਾ ਸਕਦੇ ਹੋ, ਪਹੁੰਚ ਸਕਦੇ ਹੋ। ਜਿਵੇਂ ਆਹ ਤੁਹਾਡੇ ਕੋਲ ਟਾਵਰ ਹੈ, ਲੈਟ ਦਿਸ ਬੀ ਦਾ ਟਾਵਰ AB ਐਂਡ ਇਟਸ ਹਾਈਟ ਇਜ਼ H। ਸਾਨੂੰ ਨਹੀਂ ਪਤਾ ਕਿ ਇਹ ਹਾਈਟ ਕਿੰਨੀ ਹੈ, ਰਾਈਟ? ਆਪਾਂ ਇਹਦੀ ਹਾਈਟ ਨੂੰ ਪਤਾ ਕਰਨਾ ਹੈ। ਔਰ ਸਪੋਜ਼ ਕਰੋ ਦਿਸ ਇਜ਼ ਆਵਰ ਬੇਸ, ਅਰਥ 'ਤੇ ਇਹ ਟਾਵਰ ਕੋਈ ਲੱਗਾ ਹੈਗਾ, ਤੁਸੀਂ ਇਸ ਪੁਆਇੰਟ 'ਤੇ ਹੈਗੇ ਆ, ਲੈਟ ਆ ਪੁਆਇੰਟ C ਹੈ। ਅਤੇ ਤੁਹਾਡਾ ਕੰਮ ਕੀ ਹੈਗਾ? ਸਭ ਤੋਂ ਪਹਿਲਾਂ ਆਹ ਤੁਹਾਡੇ ਟਾਵਰ ਦੀ ਪੀਕ ਪੁਆਇੰਟ ਹੈਗਾ, ਤੁਸੀਂ ਇੱਥੋਂ ਰੇਂਜ ਫਾਈਂਡਰ ਜਾਂ ਫਿਰ ਸੈਕਸਟੈਂਟ ਦੀ ਹੈਲਪ ਦੇ ਨਾਲ ਐਂਗਲ ਪਤਾ ਕਰਨਾ ਹੈ, ਜਿਸ ਐਂਗਲ ਨੂੰ ਆਪਾਂ ਬੋਲਦੇ ਹਾਂ ਐਂਗਲ ਆਫ ਐਲੀਵੇਸ਼ਨ। ਸੋ ਲੈਟ height of tower be equal to H and alpha with the angle of elevation. ਹੁਣੇ ਤੁਹਾਡੇ ਕੋਲ ਇੱਕ ਰਾਈਟ ਐਂਗਲ ਟਰਾਇੰਗਲ ਬਣ ਗਈ ਆ ABC, ਕਿਉਂਕਿ ਟਾਵਰ ਜਿਹੜਾ ਹੈਗਾ ਉਹ ਅਰਥ 'ਤੇ ਬਿਲਕੁਲ ਇੱਕ 90 ਡਿਗਰੀ ਐਂਗਲ 'ਤੇ ਸਟੇਟ ਹੁੰਦਾ ਹੈ। ਆਪਾਂ ਹੁਣ ਇੱਥੇ ਇੱਕ ਟ੍ਰਿਗਨੋਮੈਟ੍ਰਿਕ ਰੇਸ਼ੋ ਤੁਸੀਂ 10th ਕਲਾਸ ਦੇ ਵਿੱਚ ਪੜ੍ਹੀਆਂ ਹੋਣੀਆਂ, ਟ੍ਰਿਗਨੋਮੈਟ੍ਰਿਕ ਰੇਸ਼ੋਸ, ਔਰ ਉਹ ਕਿਆ ਹੁੰਦੀਆਂ ਨੇ? ਜਿਵੇਂ ਆਪਣੇ ਕੋਲ tan ਆਲਫਾ ਦਾ ਅਸੀਂ ਯੂਜ਼ ਕਰਦੇ ਹਾਂ। ਸੋ tan ਆਲਫਾ ਕੀ ਹੁੰਦਾ ਹੈ ਜਾਂ tan ਥੀਟਾ ਕੀ ਹੁੰਦਾ ਹੈ? ਇਟ ਇਜ਼ ਅ ਰੇਸ਼ੋ ਆਫ ਪਰਪੈਂਡੀਕੂਲਰ ਓਵਰ ਬੇਸ। ਸੋ ਜੇ ਤੁਸੀਂ ਇਸ ਟਰਾਇੰਗਲ ਦੇ ਰਾਈਟ ਐਂਗਲ ਟਰਾਇੰਗਲ ਦੇ ਵਿੱਚ ਦੇਖਦੇ ਹੋ, ਆਲਫਾ ਐਂਗਲ ਹੈ ਤੁਹਾਡੇ ਕੋਲ ਐਕਿਊਟ ਐਂਗਲ, ਇਹਦੇ ਸਾਹਮਣੇ ਵਾਲੀ ਸਾਈਡ ਬਿਲਕੁਲ ਪਰਪੈਂਡੀਕੂਲਰ ਹੈ ਔਰ ਇਹ ਤੁਹਾਡਾ ਬੇਸ ਹੈ। ਸੋ ਬੇਸ ਕਿਆ ਹੈਗਾ ਤੁਹਾਡਾ? ਲੈਟ ਇਟ ਬੀ L। ਇਟ ਇਜ਼ ਅ ਡਿਸਟੈਂਸ ਆਫ ਟਾਵਰ ਫਰੋਮ ਯੋਰ ਆਬਜ਼ਰਵੇਸ਼ਨ ਪੁਆਇੰਟ। ਤੁਸੀਂ ਇਸ ਪੁਆਇੰਟ ਤੋਂ ਆਬਜ਼ਰਵ ਕਰ ਰਹੇ ਹੋ, ਇਹ ਤੁਹਾਡਾ ਆਬਜ਼ਰਵੇਸ਼ਨ ਪੁਆਇੰਟ ਹੈ, ਇਹ ਬੇਸ ਟਾਵਰ ਦਾ ਬੇਸ ਸੀਗਾ। ਇੱਥੇ ਜਿਹੜੀ ਡਿਸਟੈਂਸ ਹੈ ਉਹ ਕਿੰਨੀ ਹੈ? L ਹੈ। ਸੋ ਨਾਓ perpendicular is H upon base is L. So from here ਕੀ ਆ ਜਾਏਗਾ? H equal to L tan alpha. So in this way you can find the height of tower. ਕਿਵੇਂ? ਇਹ ਜਿਹੜੀ
डिस्टेंस है ये तो तुहानूं पता होगी कि तुसी टावर तो कितनी दूरी ते हैगे आ। ते जिहड़ा एंगल है जिहड़ा एंगल ऑफ एलीवेशन है इनू आपां डिवाइसिस होंदे ने रेंज फाइंडर या फिर सैक्सटेंट की हैल्प दे नाल इस एंगल नूं मैजर कर लांगे। सो दिस इज़ द मैजरमेंट ऑफ हाइट ऑफ टावर। दिस वाज आवर असैसिबल ऑब्जैक्ट। जेकर तुहाडे कोल कोई इनअसैसिबल ऑब्जैक्ट होए ते आपां किवें ਜਿਹੜਾ ਹੈਗਾ ਉਹ ਹਾਈਟ ਨੂੰ ਪਤਾ ਕਰਾਂਗੇ। ਸੋ ਹਰ ਆਪਾਂ ਦੇਖ ਲੈਂਦੇ ਹਾਂ ਕੋਈ ਆਪਾਂ ਇਸ ਤਰ੍ਹਾਂ ਦਾ ਆਬਜੈਕਟ ਲੈ ਲੈਂਦੇ ਹਾਂ। ਜਿਵੇਂ ਸਪੋਜ਼ ਕਰੋ ਆਪਾਂ ਇੱਥੇ ਇੱਕ ਰਫਲੀ ਡਰਾ ਕਰ ਰਹੇ ਹਾਂ ਕਿ ਤੁਹਾਡੇ ਕੋਲ ਇੱਥੇ ਕੋਈ ਰਿਵਰ ਫਲੋ ਕਰ ਰਹੀ ਆ ਔਰ ਰਿਵਰ ਦੇ ਪਾਰ ਕੋਈ ਟਰੀ ਜਾਂ ਫਿਰ ਕੋਈ ਹੋਰ ਟਾਵਰ ਹੈਗਾ ਹੈ। ਤੁਸੀਂ ਇੱਥੇ ਹੈਗੇ ਰਾਈਟ। ਸੋ ਤੁਹਾਨੂੰ ਨਹੀਂ ਪਤਾ ਕਿ ਆਹ ਡਿਸਟੈਂਸ ਕਿੰਨੀ ਹੈਗੀ ਆ, ਤੁਸੀਂ ਇੱਥੇ ਤੱਕ ਨਹੀਂ ਜਾ ਸਕਦੇ ਹੋ, ਤੇ ਇਹ ਤੁਹਾਡੇ ਵਾਸਤੇ ਇੱਕ ਇਨਅਸੈਸਿਬਲ ਆਬਜੈਕਟ ਹੋਇਆ ਰਾਈਟ। सो आप डायग्रामेटिकली नूं शो करते हैं। सपोज दिस इज योर इनअसैसिबल ऑब्जेक्ट ए बी एंड you are at here, let you are at here at this point. So first of all, from this observation point you have to measure this angle of elevation. सो मान लो ये तुहाडे कोल अल्फा है। इस तरह तुसी थोड़ा जा अपने ऑब्जरवेशन पॉइंट तो थोड़ा जा होर दूर आओ। मान लो तुहाडे कोल पॉइंट हैगा डी और ये जिहड़ा डी पॉइंट हैगा ये मान लो डी डिस्टेंस ते हैगा। हुण इस पॉइंट ते भी तुसी की करना है, एक एंगल ऑफ एलीवेशन जिहड़ा हैगा वो दोबारा मेजर करना है। कितना है? मान लो ये हैगा तुहाडे कोल बीटा। ये जिहड़ी डिस्टेंस हैगी है लेट इट बी एल। सो to measure the height of inaccessible object, so let सब तो पहला आप सपोज कर लांगे कि जिहड़ा तुहाडा इनअसैसिबल ऑब्जैक्ट हैगा इहदी जिहड़ी हाइट है वो कितनी हैगी आ एच। So let A be equal to H, the height of tower, or you can say the tree, whatever is given, and alpha and beta. This is the alpha and this is beta. क्या है गया? These are the angles of elevation. Angles of elevation at point C and D. Now again we will use here trigonometric ratios. See your first right angle triangle. This is your first right angle triangle ABC. So in ABC triangle, see the cot alpha. Cot alpha जिवें आपां tan alpha लिया सीगा, tan alpha की सीगा perpendicular over base. So cot alpha is opposite, that is what base upon perpendicular. So जे तुसीं इस ट्राइंगल दे विच देखदे हो ABC ट्राइंगल दे विच, सो इत्थे जिहड़ा तुहाडा बेस है वो L है यानी AC हैगा है, ते जिहड़ा तुहाडा परपेंडिकुलर हैगा दैट इज AB. सो यानी बेस इज AC upon AB, that is ACL upon H. Let it be question number 1. Now इसी तरह तुसी दूजी ट्राइंगल नूं देखोगे, होल ट्राइंगल ABC. You can take A also or B here, but we have taken, so let it's going now. So in triangle DAB, in whole triangle, in right angled, RT for right, this is the symbol of angle, angled triangle DAV. Again apply the cot beta. What is cot beta? Again the base upon perpendicular. तो इस सारी ट्राइंगल लिए जो तुहाडा बेस है वो आएगा AD और जो परपेंडिकुलर है परपेंडिकुलर इज AB. सो AD इज द सम ऑफ टू लेंथ्स यानी A to C प्लस C to D. सो क्या आ जाएगा L प्लस D. दिस भी क्वेश्चन नंबर 2. Now but you have to do
just subtract equation 2 from 1. Equation 2 minus equation 1. So cot of beta minus cot of alpha equal to cot beta. Cot beta is AD. AD क्या सीगा? AD is the sum of L plus D. Sorry, L plus D upon AB is H. So cot beta ਦੀ ਜਿਹੜੀ ਵੈਲਿਊ ਤੁਹਾਡੇ ਕੋਲ ਆਈ ਹੈ, it is L plus D upon H minus L upon H. Now solve it. So ਤੁਹਾਡੇ ਕੋਲ ਆਏਗਾ L upon H plus D upon H minus L upon H. L upon H minus L upon H कैंसिल हो गया, ਤੁਹਾਡੇ ਕੋਲ ਬਚੇਗਾ D upon H. ਤੁਸੀਂ ਪਤਾ ਕੀ ਕਰਨਾ ਸੀਗਾ? ਹਾਈਟ. ਸੋ ਹਾਈਟ ਜਿਹੜੀ ਹੈਗੀ ਹੈ ਇੱਥੋਂ, ਹਾਈਟ ਜਿਹੜੀ ਹੈਗੀ ਉਹ ਆ ਜਾਏਗੀ H equal to D upon cot of beta minus cot of alpha. So just putting all the values here, you can find the height of inaccessible object, that can be your tower or tree. How? You know, we have to just put the values here. D क्या है साढ़े को? D was the distance between these two observation points, right? And alpha and beta are the angles of elevation that can be easily found with the help of sextant or the range finder. So our next topic is to measure astronomical objects. So to measure diameter of moon is our natural satellite, that is astronomical object. ਆਪਾਂ ਚਾਹੁੰਦੇ ਹਾਂ ਕਿ ਆਪਾਂ ਇਹਦਾ diameter ਪਤਾ ਕਰੀਏ. So let this be our moon here, moon, and you are here at earth. ਅਸੀਂ ਚਾਹੁੰਦੇ ਹਾਂ ਕਿ ਅਸੀਂ ਦਾ diameter ਜਿਹੜਾ ਹੈਗਾ ਉਹ ਪਤਾ ਕਰੀਏ. So let this be the diameter, ਔਰ ਜਿਹੜਾ diameter ਹੈਗਾ let it be D. ਆਪਾਂ ਸਪੋਜ਼ ਕਰ ਲਿਆ ਕਿ ਜਿਹੜਾ ਡਾਇਮੀਟਰ ਉਹ ਕਿੰਨਾ ਹੈਗਾ? D ਹੈਗਾ. ਹੁਣ ਆਪਾਂ ਸਪੋਜ਼ ਕਰੋ ਅਰਥ ਤੇ ਆਪਾਂ ਕਿਸੇ ਇਸ ਪੁਆਇੰਟ ਤੇ ਹੈਗੇ ਆ. ਨਾਓ ਅਗੇਨ ਫਸਟ ਆਫ ਆਲ what you have to do, just draw the line to its end from this point, and again also a line from this point, yani from the both ends, and after that you have to measure this angle and let this angle be theta. So now let theta is the angle subtended by opposite ends. Opposite ends at point, you can take here like a C or D, whatever, and R with the distance of moon from the earth. We can suppose कि ਜਿਹੜਾ moon ਹੈ ਸਾਡੇ ਕੋਲ earth ਤੋਂ R distance ਤੇ ਹੈਗਾ ਹੈ. R is the distance of moon from earth. Now theta. What is theta? Theta, you know, theta is the ratio. The ratio of what? Theta is the ratio of length of arc over radius. So what is length of arc here? Length of arc is approximately equal to D. We draw the circle here like this one, right? So length of arc is D, and what is the radius of this one is R. So theta is equal to length of arc upon radius, that is D upon R. So from here D equal to R theta. So in this way you can find the diameter of moon simply just by putting two values here. R means the distance of moon from the earth, we know it,
and theta, that is the angle between the two opposite ends here, met at point C. Now we will discuss the another method, that is echo. So first of all, let us just, what is this echo? So echo is a reflection of wave, or you can say the sound. Reflection of sound is called echo. Echo method ਦੇ ਨਾਲ ਅਸੀਂ ਕਾਫੀ ਡਿਸਟੈਂਸਿਸ ਨੂੰ ਮੈਜ਼ਰ ਕਰ ਸਕਦੇ ਹਾਂ। ਜਿਵੇਂ ਅਸੀਂ ਮੈਜ਼ਰ ਕਰਨਾ ਹੈਗਾ, ਸਪੋਜ਼ ਕਰੋ thickness of मैटर शीट। ਆਪਾਂ ਚਾਹੁੰਦੇ ਹਾਂ ਕਿ ਆਪਾਂ ਕਿਸੇ ਮੈਟਰ ਦੀ ਜਿਹੜੀ ਹੈਗੀ ਆ ਉਹ ਥਿਕਨੈਸ ਪਤਾ ਕਰਨੀ ਹੈ, ਥਿਕਨੈਸ ਆਫ ਮੈਟਰ ਸ਼ੀਟ। ਸਪੋਜ਼ ਆ ਤੁਹਾਡੇ ਕੋਲ ਕੋਈ ਮੈਟਰ ਹੈ, ਔਰ ਤੁਸੀਂ ਚਾਹੁੰਦੇ ਹੋ ਕਿ ਇਹਦੀ ਥਿਕਨੈਸ ਜਿਹੜੀ ਹੈਗੀ ਉਹ ਪਤਾ ਕਰਨੀ ਹੈ। ਸੋ ਇਹਦੇ ਵਾਸਤੇ ਤੁਸੀਂ ਕੋਈ ਸਿਗਨਲ ਜਿਹੜਾ ਹੈਗਾ ਉਹ ਯੂਜ਼ ਕਰੋਗੇ ਪਹਿਲਾਂ। ਸੋ ਸਪੋਜ਼ ਕਰੋ ਆਪਾਂ ਇੱਥੋਂ ਕੋਈ ਵੇਵ ਜਿਹੜੀ ਹੈਗੀ ਉਹ ਸੈਂਡ ਕਰ ਰਹੇ ਹਾਂ। ਇਹ ਜਿਹੜੀ ਵੇਵ ਆਪਾਂ ਸੈਂਡ ਕਰਾਂਗੇ ਇਸ ਤਰ੍ਹਾਂ ਆ ਵੇਵ ਜਾਏਗੀ ਔਰ ਇਹਦੇ ਐਂਡ ਤੱਕ ਜਾਏਗੀ। ਇੱਥੇ ਵੇਵ ਸਿਗਨਲ ਯਾਨੀ ਇਨਸੀਡੈਂਟ ਸਿਗਨਲ, ਇਹਨੂੰ ਆਪਾਂ ਬੋਲਾਂਗੇ ਇਨਸੀਡੈਂਟ ਵੇਵ ਜਾਂ ਇਨਸੀਡੈਂਟ ਸਿਗਨਲ। ਇਹ ਵੇਵ ਇਸ ਤਰ੍ਹਾਂ ਜਾ ਰਹੀ ਹੈ ਔਰ ਇਹ ਵੇਵ ਜਦੋਂ ਇੱਥੇ ਸਟ੍ਰਾਈਕ ਕਰੇਗੀ ਜਾ ਕੇ, ਸੋ ਇੱਥੇ ਰਿਫਲੈਕਟ ਕਰ ਜਾਏਗੀ। ਰਿਫਲੈਕਟ ਦਾ ਮਤਲਬ ਮੁੜ ਕੇ ਆ ਜਾਏਗੀ, ਰਾਈਟ। ਇਹ ਜਿਹੜਾ ਸਿਗਨਲ ਸਾਡੇ ਕੋਲ ਮੁੜ ਕੇ ਆ ਰਿਹਾ ਇਹਨੂੰ ਆਪਾਂ ਬੋਲਾਂਗੇ ਰਿਫਲੈਕਟਡ ਵੇਵ ਜਾਂ ਰਿਫਲੈਕਟਡ ਸਿਗਨਲ। ਨਾਓ ਵਟ ਯੂ ਹੈਵ ਟੂ ਡੂ, ਤੁਸੀਂ ਇੱਥੋਂ ਵੇਵ ਨੂੰ ਜਦੋਂ ਸੈਂਡ ਕੀਤਾ ਤੇ ਜਦੋਂ ਇੱਥੇ ਤੁਹਾਡੇ ਕੋਲ ਵੇਵ ਮੁੜ ਕੇ ਆਈ ਹੈ ਯਾਨੀ ਰਿਸੀਵ ਕੀਤਾ, ਤੁਸੀਂ ਇਸ ਟਾਈਮ ਨੂੰ ਨੋਟ ਕਰੋਗੇ। ਐਂਡ ਲੈਟ ਟੀ ਬੀ ਦਾ ਟਾਈਮ, let t be the time elapsed from the moment the signal transmitted and signal received। ਇਹਦਾ ਮਤਲਬ ਕੀ ਹੋਇਆ ਕਿ ਸਾਡੇ ਕੋਲ ਟੋਟਲ ਟਾਈਮ ਆ ਗਿਆ ਜਦੋਂ ਆਪਾਂ ਸਿਗਨਲ ਨੂੰ ਸੈਂਡ ਕੀਤਾ ਸੀ ਤੇ ਜਦੋਂ ਸਾਡੇ ਕੋਲ ਸਿਗਨਲ ਰਿਸੀਵ ਹੋਇਆ ਸੀ। ਉਹ ਜਿਹੜਾ ਟੋਟਲ ਟਾਈਮ ਹੈਗਾ ਉਹ ਸਾਡੇ ਕੋਲ ਟੀ ਆ ਗਿਆ। ਇਹਦਾ ਮਤਲਬ ਕੀ ਹੋਇਆ ਕਿ ਸਾਡੇ ਕੋਲ ਜੇ ਟਾਈਮ ਆਪਾਂ ਸਪੋਜ਼ ਕਰੀਏ, ਸਿਰਫ ਆਪਾਂ ਟਾਈਮ ਇਨਸੀਡੈਂਟ ਵੇਵ ਦਾ ਲੈਣਾ ਹੈ ਕਿ ਜਦੋਂ ਵੇਵ ਇੱਥੋਂ ਗਈ ਆ ਸਟਾਰਟ ਹੋ ਕੇ ਇੱਥੇ ਤੱਕ ਜਾਣ ਵਾਸਤੇ ਉਹਨੇ ਕਿੰਨਾ ਟਾਈਮ ਲਿਆ ਹੈਗਾ। ਸੋ ਦੈਟ ਵਿਲ ਬੀ ਹਾਫ ਟਾਈਮ, ਰਾਈਟ। ਸੋ T/2 is the time taken by the signal to travel. Now suppose its thickness be d. Time taken by the signal to travel distance d. So now we will apply the formula of velocity, and you know what is velocity here? Velocity is the distance upon time. So distance ਜਿਹੜੀ ਹੈਗੀ ਹੈ ਸਾਡੇ ਕੋਲ ਉਹ ਕਿੰਨੀ ਟਰੈਵਲ ਕੀਤੀ ਹੈ ਵੇਵ ਨੇ, d ਟਰੈਵਲ ਕੀਤੀ ਹੈ, ਔਰ ਸਾਡੇ ਕੋਲ ਟਾਈਮ ਕਿੰਨਾ ਲੱਗਾ ਜਾਣ ਵਾਸਤੇ, t/2. So here d that is the thickness of this matter sheet, d equal to v into t/2. So in this way you can find the thickness of the matter sheet, v the velocity of the signal, ਅਸੀਂ ਕਿੰਨੀ velocity ਦੇ ਨਾਲ ਸਿਗਨਲ ਭੇਜਿਆ ਸੀਗਾ, ਕਿੰਨਾ ਸਾਡੇ ਕੋਲ ਟਾਈਮ ਲੱਗਾ ਸੀ, ਦੋਨਾਂ ਵੈਲਿਊਜ਼ ਨੂੰ ਇੱਥੇ ਰੱਖ ਕੇ ਅਸੀਂ ਮੈਟਰ ਸ਼ੀਟ ਨਾਲ ਫਾਈਂਡ ਆਊਟ ਕਰ ਸਕਦੇ ਹਾਂ। ਨਾਓ the next method is radar.
So radar, first of its full form, that is radio detection and ranging. Radio detection, DETECTION, detection and ranging. This is its full form. This is important for 1 marks question. ਇਹਦਾ ਆਪਾਂ यूज़ कित्थे करते हैं? यूज़ टू डिटेक्ट एरोप्लेन. Used to detect the aeroplane and measure its distance. From the radar station. So radar है क्या है? It stands for the radio detection and ranging. और ਇਹਦਾ ਜਿਹੜਾ ਆਪਾਂ यूज़ करते हैं ਉਹ ਕਾਹਦੇ ਵਾਸਤੇ यूज़ करते हैं? एरोप्लेन ਦੇ डिटेक्शन करने ਲਈ यूज़ करते हैं और ਇਹਦੀ डिस्टेंस पता करते हैं रडार स्टेशन तो जिमें कोई जहाज़ ਜਿਹੜਾ ਹੈਗਾ एरोप्लेन ਜਿਹੜਾ ਹੈਗਾ ਉਹ ਸਾਡੇ ਬਾਉਂਡਰੀ ਦੇ ਅੰਦਰ ਆ ਜਾਂਦਾ ਹੈ ਤਾਂ ਜਿਹੜੀ ਸਾਡੀ ਆਰਮੀ ਹੈਗੀ ਆ ਉਹ ਰਡਾਰ ਦੀ ਹੈਲਪ ਦੇ ਨਾਲ ਉਸ ਐਰੋਪਲੇਨ ਦੀ डिटेक्ट करती है और फिर साढ़े को डिस्टेंस पता हो जाती है कि साढ़े रडार स्टेशन तो कितनी दूरी पर हैगा है और आप जो वो कोई एक्शन लेना है तो आप फिर वो ईजी होंदा है. नैक्सट ये आप यूज़ करते हैं रेडियो वेव्स. रेडियो वेव्स आर यूज्ड इन रडार. और ਇਹਦਾ ਜਿਹੜਾ प्रिंसीपल हैगा, प्रिंसीपल ऑफ रडार इज इको. इको दैट इज द रिफ्लेक्शन ऑफ वेव और रिफ्लेक्शन ऑफ any signal you can say. So principle of radar is echo. These are the important points in the competition point of view. Now suppose इत्थे साडे कोल radar station है. This is the radar station. और ਆਪਾਂ कोई डिटेक्ट कर रहे हैं कि इत्थे जिहड़ा हैगा कोई एरोप्लेन आ रहा है. सो सपोज हेयर विद द एरोप्लेन. सो बट वी हैव टू डू रडार स्टेशन ते असी की करना है, असी इत्थों रेडियो वेव्स नूं सेंड करना है. रेडियो वेव्स जाके इत्थे एरोप्लेन नूं जाके स्ट्राइक करनगियां. स्ट्राइक करन तो क्या होना, इन्हां वेव्स ने द्वारा रिफ्लैक्ट होकर वापस आ जाना है. दैट इज प्रिंसीपल ऑफ रडार इज इको. मतलब जिहड़ियां वेव्स ने ये एरोप्लेन नूं जाके स्ट्राइक कीतियां, स्ट्राइक होकर रिफ्लैक्ट होकर द्वारा कित्थे आ गईयां, रडार स्टेशन ते आ गईयां. सो नाउ वट वी हैव टू डू, असी करना की है, असी करना यह हैगा, असी वो टाइम नोट करना है कि जदों असी इन्हां वेव्स नूं इत्थों सेंड किया और जदों द्वारा साडे कोल मुड़ के आईयां. फॉर एग्जाम्पल सपोज करो आपां 9 o'clock इन्हां वेव्स नूं सेंड किया सी और साडे कोल द्वारा जिहड़ा सिग्नल मुड़ के आया वो 9 o'clock 4 सेकंड तो बाद आया हैगा. राइट. सो साडे कोल मतलब 4 सेकंड लगे ने सिग्नल नूं रडार स्टेशन तो एरोप्लेन तक जाण लई और एरोप्लेन तो रडार स्टेशन तक आने लई. मीनस जिहड़ा टाइम वेव्स ने लिया रडार एरोप्लेन तक जाने वास्ते वो 2 सेकंड का होया, यानी हाफ टाइम होया. राइट. सो नाउ लेट T with the time elapsed between transmission of waves and transmission and reception of wave. तो जिहड़ा टोटल टाइम हैगा सानू सिर्फ टाइम चाहिए हैगा कि वेव्स ने टाइम एरोप्लेन तक जाने वास्ते कितना लिया हैगा. सो T/2 दैट इज द टाइम ऑफ ट्रांसमिशन या टाइम टू रीच द एरोप्लेन. Now again we apply the formula of velocity, that is what, distance upon time. So if let it distance be d, distance be d mean एरोप्लेन और रडार स्टेशन के जी डिस्टेंस हैगी है, आपां सपोज कर लिया कि कितनी हैगी है d और अपने को टाइम कितना लगा सीगा
t by 2. So from here d equal to v into t by 2. ਜਿਹੜੀ velocity ਹੁੰਦੀ ਹੈ radio waves ਦੀ, this is equal to 3 into 10 raised to power 8 meter per second. 3 into 10 raised to power 8 meter per second. That is the velocity of light. और velocity of light is equal to c. c ਦੇ ਨਾਲ ਆਪਾਂ represent ਕਰਦੇ ਹਾਂ velocity of light ਨੂੰ. So in this way d equal to c into t by 2. ਸੋ ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਐਰੋਪਲੇਨ ਦੀ ਡਿਸਟੈਂਸ ਨੂੰ ਜਿਹੜਾ ਹੈਗਾ ਉਹ ਰੈਡਾਰ ਸਟੇਸ਼ਨ ਤੋਂ ਪਤਾ ਕਰ ਲਾਂਗੇ। ਕਰਨਾ ਕੀ ਹੈਗਾ, ਜਸਟ ਪੁੱਟ ਦਾ ਵੈਲਿਊ ਆਫ c ਹੇਅਰ। c ਮੀਨ 3 into 10 power 8 meter per second। t ਜਿੰਨਾ ਟਾਈਮ ਲੱਗਾ ਸੀ, ਜੇ ਆਪਣੇ ਕੋਲ 2 ਸੈਕਿੰਡ ਲੱਗੇ ਨੇ ਤਾਂ ਆਪਾਂ 2 ਰੱਖਾਂਗੇ ਇੱਥੇ ਔਰ ਸਾਡੇ ਕੋਲ ਡਿਸਟੈਂਸ ਆ ਜਾਏਗੀ। Now the next method we are going to discuss is sonar. Sonar. So first of all, let us discuss its full form. Its full form is sound navigation and ranging. This is its full form. Its principle, यानी किहड़े सिद्धांत ते काम करदा हैगा सोनार। सो इट आल्सो वर्क्स ऑन द प्रिंसिपल ऑफ रिफ्लेक्शन ऑफ वेव, दैट इज इको। प्रिंसिपल दैट इज रिफ्लेक्शन ऑफ waves, or you can say the echo, and the waves used here, ultrasonic waves, ultrasonic waves are used in radar. Sonar, sound navigation and ranging, ਇਹਦੀ full form ਹੋ ਗਈ ਹੈ principle, that is the principle of waves, reflection of waves, principle of reflection of waves. और ਇਹਦੇ ਵਿੱਚ ਆਪਾਂ ਅਲਟਰਾਸੋਨਿਕ ਵੇਵਸ ਦਾ ਯੂਜ਼ ਕਰਦੇ ਹਾਂ, ਬਟ ਇਹਦਾ ਯੂਜ਼ ਕਿੱਥੇ ਕਰਦੇ ਹਾਂ ਆਪਾਂ ਸੋਨਾਰ ਦਾ? ਤਾਂ ਸੋਨਾਰ ਦਾ ਯੂਜ਼ ਆਪਾਂ ਕਰਦੇ ਹਾਂ ਸੀ ਦੀ ਡੈਪਥ ਨੂੰ ਮੈਜ਼ਰ ਕਰਨ ਲਈ। ਇਹ ਯੂਜ਼ਸ ਟੂ ਮੈਜ਼ਰ the depth of sea. ਸੋ ਨਾ ਆਪਾਂ ਕਿਵੇਂ ਕਰਾਂਗੇ? suppose this be the sea here and we are interested to find the depth of this sea. ਆਪਾਂ ਇੱਥੇ ਸ਼ਿਪ ਦੇ ਵਿੱਚ ਹੈਗੇ ਆ, suppose ਕਰੋ ਸਾਡੇ ਕੋਲ ਸ਼ਿਪ ਹੈਗਾ। ਸੋ ਨਾਓ what we have to do, ਅਸੀਂ ਸ਼ਿਪ ਵਿੱਚੋਂ ਇੱਥੋਂ ਅਲਟਰਾਸੋਨਿਕ ਵੇਵਸ ਨੂੰ ਸੈਂਡ ਕਰਾਂਗੇ। ਅਲਟਰਾਸੋਨਿਕ ਵੇਵ ਦਾ ਸਿਗਨਲ ਆਪਾਂ ਸੈਂਡ ਕਰਤਾ। ਜਦੋਂ ਇਹ ਅਲਟਰਾਸੋਨਿਕ ਵੇਵ ਦਾ ਸਿਗਨਲ ਇੱਥੇ ਜਾ ਕੇ ਸਟਰਾਈਕ ਕਰੇਗਾ ਬਿਲਕੁਲ ਡੀਪ ਪੁਆਇੰਟ ਤੇ, ਸੋ ਇੱਥੋਂ ਰਿਫਲੈਕਟ ਹੋਏਗਾ ਔਰ ਰਿਫਲੈਕਟ ਹੋ ਕੇ ਫਿਰ ਤੁਹਾਡੇ ਕੋਲ ਇਹ ਸਿਗਨਲ ਵਾਪਸ ਮਿਲ ਜਾਏਗਾ, ਰਾਈਟ। ਸੋ ਜਿਵੇਂ ਆਪਾਂ ਪਹਿਲਾਂ ਕੀਤਾ ਸੀਗਾ ਉਸੇ ਤਰ੍ਹਾਂ ਹੁਣ ਆਪਾਂ ਕਰਨਾ ਹੈਗਾ। ਲੈਟ ਵੀ velocity of ultrasonic waves or velocity of signal in water, right? And time note करना है ਜਦੋਂ ਆਪਾਂ waves ਨੂੰ ਇਸ ਪੁਆਇੰਟ ਤੋਂ ਸੈਂਡ ਕੀਤਾ ਸੀ ਔਰ ਜਦੋਂ ਅਸੀਂ ਇਹਨੂੰ ਰਿਸੀਵ ਕੀਤਾ ਸੀ। ਸੋ ਇਹਨੂੰ ਸਾਡੇ ਕੋਲ ਟੋਟਲ ਟਾਈਮ ਆਏਗਾ ਔਰ ਅਸੀਂ ਉਹਦਾ ਹਾਫ ਕਰਨਾ ਹੁੰਦਾ ਹੈ। ਸੋ velocity again distance upon time. So distance is equal to velocity into time. सो की आ जाएगा velocity साढ़े को उस सिग्नल की पता होनी है, टाइम कितना लगेगा t/2, राइट। सो डिस्टेंस सपोज करो साढ़े को जी डिस्टेंस हैगी d हैगी। सो इन दिस वे यू कैन फाइंड द डेप्थ ऑफ दिस सी। करना की हैगा, ओनली टू थिंग्स, जस्ट पुट द वैल्यू ऑफ v मीन velocity ऑफ सिग्नल इन द वाटर जी साढ़े को नोन होनी है। टी टाइम असी मैजर करना है कितना टाइम उन्हें ट्रांसमिशन और रिसिप्शन ते लिया हैगा, उदा आपां हाफ करना है, राइट। सो थैंक यू वेरी मच फॉर वॉचिंग दिस वीडियो। You can subscribe the channel and also press the bell icon to get our latest videos. Thank you very much.